ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰਾ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਅਕਬਰ ਦੁਰਗ ਚਿਤਾੜਕੋ ਟੁੱਟਿਓ ਨ ਕਰਤੇ ਜੰਗ ਸ਼੍ਰੀ ਸਤਿਗੁਰ ਟਿਗ ਨਰ ਪਠਿਓ ਬਹੁਤ ਬੇਨਤੀ ਸੰਗ ਅਕਬਰ ਦੁਰਗ ਚਿਤਾੜਕੋ ਟੁੱਟਿਓ ਨ ਕਰਤੇ ਜੰਗ ਸ਼੍ਰੀ ਸਤਿਗੁਰ ਟਿਗ ਨਰ ਪਠਿਓ ਬਹੁਤ ਬੇਨਤੀ ਸੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ ਦਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਧੰਨ ਧੰਨ ਸਾਹਿਬ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤੈਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਨੇ ਦਾ ਸੁਭਾਗ ਆਪਾਂ ਸਭ ਮਾਈ ਭਾਈ ਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੀਬ ਨਵਾਜ, ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸ਼ੋਭਾ ਕੀਰਤ ਵਡਿਆਈ ਸਰਵਣ ਕਰਨ ਵਾਸਤੇ ਆਪ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਆਪਣੇ ਸਵਾਸਾਂ ਨੂੰ ਸਮੇਂ ਨੂੰ ਸਫਲਾ ਬਣਾਉਂਦੇ ਹੋ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਵਿਚਾਰਿਆ ਸੁਣਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਮਹਿਮਾ ਕੀਰਤ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ। ਮਹਾਰਾਜ ਦੀ ਵਡਿਆਈ ਇੱਕ ਮਾਈ ਦਾਸ ਨਾਮੇ ਵੈਸ਼ਨੋ ਨੇ ਸੁਣੀ ਤੇ ਮਨ ਵਿੱਚ ਵਿਚਾਰ ਕੀਤੀ ਕਿ ਕਿਉਂ ਨਾ ਗੁਰੂ ਅਮਰਦਾਸ ਸੱਚੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ ਜਾਣ, ਜਿਨ੍ਹਾਂ ਦੀ ਸੰਸਾਰ ਵਿੱਚ ਇੰਨੀ ਕੀਰਤ ਹੋ ਰਹੀ ਹੈ। ਇਹ ਵਿਚਾਰ ਬਣਾ ਕਰਕੇ ਮਾਈ ਦਾਸ ਵੈਸ਼ਨੋ ਆਪਣੇ ਨਗਰੋਂ ਗੋਇੰਦਵਾਲ ਸਾਹਿਬ ਆਇਆ। ਮਹਾਰਾਜ ਦੇ ਦਰਸ਼ਨਾਂ ਵਾਸਤੇ ਜਦੋਂ ਚੁਬਾਰਾ ਸਾਹਿਬ ਜਿੱਥੇ ਮਹਾਰਾਜ ਵਾਸਾ ਰੱਖਦੇ ਹੈ, ਇੱਥੇ ਮਹਾਰਾਜ ਦੇ ਦਰਸ਼ਨਾਂ ਬਾਬਤ ਪੁੱਛਿਆ। ਸਤਿਗੁਰਾਂ ਨੇ ਸਿੱਖ ਨੂੰ ਆਖਿਆ ਕਿ ਉਹਨੂੰ ਆਖੋ ਪਹਿਲਾਂ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਆਵੇ, ਫਿਰ ਅਸੀਂ ਦਰਸ਼ਨ ਦੇਵਾਂਗੇ। ਇਹ ਸਾਡੇ ਇਸ ਦਰ ਘਰ ਦੀ ਮਰਿਆਦਾ ਹੈ। ਮਾਈ ਦਾਸ ਨਾਮੇ ਵੈਸ਼ਨੂ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਪਹੁੰਚਿਆ, ਜਿੱਥੇ ਕੋਈ ਜਾਤੀ ਦਾ ਵਿਤਕਰਾ ਨਹੀਂ, ਉੱਚੀ ਨੀਵੀਂ ਜਾਤ ਦੇ ਸਾਰੇ ਮਹਾਰਾਜ ਦੇ ਸਜੇ ਹੋਏ ਸਿੱਖ ਬਿਨਾਂ ਭੇਦਭਾਵ ਦੇ ਲੰਗਰ ਵਿੱਚ ਸੇਵਾ ਕਰਦੇ ਵੇਖੇ। ਮਾਈ ਦਾਸ ਵੈਸ਼ਨੋ ਨੇ ਮਨ ਵਿੱਚ ਸੰਸਾ ਕੀਤਾ ਕਿ ਮੈਂ ਇੱਥੋਂ ਭੋਜਨ ਕਿਵੇਂ ਛਕ ਸਕਦਾ, ਕਿਉਂਕਿ ਮੈਂ ਬੜਾ ਸੰਜਮੀ ਹਾਂ, ਬੜੇ ਵਰਤ ਰੱਖਣ ਵਾਲਾ। ਇਹ ਤੇ ਕਿਸੇ ਦਾ ਬਣਿਆ ਭੋਜਨ ਮੈਂ ਕਿਵੇਂ ਛਕਾਂ, ਮੈਂ ਆਪ ਦੇ ਹੱਥੀਂ ਬਣਾ ਕੇ ਛਕਦਾ ਹਾਂ। ਤੇ ਇਹਨੇ ਸੋਚਿਆ ਵੀ ਜੇ ਗੁਰੂ ਅਮਰਦਾਸ ਜੀ ਮਹਾਰਾਜ ਦਰਸ਼ਨ ਪ੍ਰਸ਼ਾਦਾ ਛਕਣ ਤੋਂ ਬਾਅਦ ਦਿੰਦੇ ਆ, ਮੈਂ ਪ੍ਰਸ਼ਾਦਾ ਛਕਣਾ ਨਹੀਂ, ਮੇਰਾ ਨੇਮ ਹੈ, ਤੇ ਫਿਰ ਮੈਂ ਦਰਸ਼ਨ ਕਰਕੇ ਕਰਨਾ ਕੀ ਹੈ। ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਹੀ ਇਹ ਮਾਈ ਦਾਸ ਗੋਇੰਦਵਾਲ ਤੋਂ ਵਾਪਸ ਮੁੜਿਆ। ਮਨ ਵਿੱਚ ਵਿਚਾਰ ਕੀਤੀ ਕਿ ਜਿਸ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਸਾਰਾ ਸੰਸਾਰ ਕਰਦਾ ਹੈ, ਮੈਂ ਉਹ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਿਨਾਂ ਹੀ ਗੋਇੰਦਵਾਲ ਤੋਂ ਮੁੜ ਆਇਆ ਹਾਂ। ਪਛਤਾਉਂਦਾ ਹੋਇਆ ਇਹ ਵਿਚਾਰ ਕੀਤੀ ਕਿ ਮੈਂ ਹੁਣ ਦੁਆਰਕਾ ਕ੍ਰਿਸ਼ਨ ਭਗਵਾਨ ਦੇ ਨਗਰੀ ਦੇ ਦਰਸ਼ਨ ਕਰ ਆਵਾਂ, ਸ਼ਾਇਦ ਮੇਰਾ ਅਪਰਾਧ ਕੀਤਾ ਹੋਇਆ ਬਖਸ਼ਿਆ ਜਾਵੇ। ਇੱਥੋਂ ਦੁਆਰਕਾ ਨੂੰ ਤੁਰਿਆ, ਬੜੇ ਦਿਨ ਲੰਘ ਗਏ। ਤੋ ਭੁੱਖ ਲੱਗਣ 'ਤੇ ਬੜਾ ਦੁਖੀ ਹੋਇਆ, ਵੇਖਿਆ ਕ੍ਰਿਸ਼ਨ ਭਗਵਾਨ ਨੇ ਇਸ ਨੂੰ ਪਕਵਾਨ ਜਿਹੜਾ ਹੈ ਉਹ ਜੰਗਲ ਵਿੱਚ ਹੀ ਪਹੁੰਚਾਇਆ। ਇਹਨੇ ਸੋਚਿਆ ਵੀ ਇੱਥੇ ਹੁਣ ਜੰਗਲ ਵਿੱਚ ਬੰਦਾ ਕੋਈ ਦਿਸਦਾ ਨਹੀਂ ਤੇ ਆ ਭੋਜਨ ਕਿਹਨੇ ਦਿੱਤਾ ਹੈ। ਫਿਰ ਵਿਚਾਰ ਕੀਤੀ ਵੀ ਇਹ ਤਾਂ ਪਰਮੇਸ਼ਰ ਨੇ ਮੇਰੀ ਪੁਕਾਰ ਸੁਣੀ ਹੈ। ਭੋਜਨ ਨਾ ਛਕਿਆ, ਜੰਗਲ ਦੇ ਵਿੱਚ ਪ੍ਰਭੂ ਪਰਮੇਸ਼ਰ ਨੂੰ ਲੱਭਣ ਵਾਸਤੇ ਰੌਲਾ ਪਾਉਂਦਾ ਹੈ,
ਪੁਕਾਰਾਂ ਦਿੰਦਾ ਹੈ, ਆਵਾਜ਼ਾਂ ਮਾਰਦਾ ਹੈ, ਅੱਖਾਂ 'ਚੋਂ ਜਲ ਡੁੱਲਦਾ ਹੈ, ਬੜਾ ਦੁਖੀ ਹੁੰਦਾ ਹੈ। ਔਰ ਇੱਥੋਂ ਇਹਦੀ ਪ੍ਰੇਮ ਭਗਤੀ ਵੇਖ ਕੇ ਪ੍ਰਭੂ ਪਰਮੇਸ਼ਰ ਭਗਵਾਨ ਪ੍ਰਗਟ ਤਾਂ ਨਾ ਹੋਏ, ਪਰ ਕੇਵਲ ਆਵਾਜ਼ ਜਿਹੜੀ ਉਹ ਇਹਦੇ ਤਾਈਂ ਪਹੁੰਚਦੀ ਕੀਤੀ। ਭਾਵ ਆਪ ਦਾ ਸਰੂਪ ਗੁਪਤ ਰੱਖਿਆ ਤੇ ਆਵਾਜ਼ ਵਿੱਚ ਵੈਸ਼ਨੋ ਨੂੰ ਕਹਿੰਦੇ, ਮਾਈ ਦਾਸ ਨੂੰ ਭਗਵਾਨ ਕਿ ਮਾਈ ਦਾਸ, ਜਦੋਂ ਦਰਸ਼ਨ ਕਰਨ ਦਾ ਵੇਲਾ ਸੀ ਗੋਇੰਦਵਾਲ ਖਾਲੀ ਮੁੜ ਆਇਆ, ਹੁਣ ਤੂੰ ਕਿੱਥੇ ਜੰਗਲ ਵਿੱਚ ਦਰਸ਼ਨ ਭਾਲਦਾ? ਜੇ ਦਰਸ਼ਨ ਕਰਨੇ ਆ ਤੇ ਗੋਇੰਦਵਾਲ ਸਾਹਿਬ ਚਲਾ ਜਾ। ਉੱਥੇ ਤੂੰ ਆਪ ਦਾ ਨੇਮ ਰੱਖਣ ਦੇ ਚੱਕਰ ਵਿੱਚ ਪ੍ਰੇਮ ਛੱਡ ਦਿੱਤਾ। ਜਿੱਥੇ ਪ੍ਰੇਮ ਹੁੰਦਾ ਉੱਥੇ ਕੋਈ ਨੇਮ ਨਹੀਂ ਰਹਿੰਦਾ, ਸਾਰੇ ਨੇਮ ਵਹਿ ਜਾਂਦੇ ਆ। ਮਾਈ ਦਾਸ ਨੇ ਮਨ ਵਿੱਚ ਵਿਚਾਰ ਕੀਤੀ, ਮੈਂ ਗੋਇੰਦਵਾਲ ਜਾਵਾਂਗਾ। ਦੁਆਰਕਾ ਦੇ ਬਿਲਕੁਲ ਲਾਗਿਓਂ ਮੁੜਿਆ, ਦੁਆਰਕਾ ਨਗਰੀ ਦੇ ਦਰਸ਼ਨ ਨਾ ਕੀਤੇ ਤੇ ਗੋਇੰਦਵਾਲ ਸਾਹਿਬ ਦੁਬਾਰਾ ਆਇਆ। ਮਹਾਰਾਜ ਦੇ ਆਖੇ ਤੋਂ ਬਿਨਾਂ ਹੀ ਸਿੱਧਾ ਲੰਗਰ ਵਿੱਚ ਜਾ ਕੇ ਸਿੱਖ ਤੋਂ ਮੰਗ ਕੇ ਪ੍ਰਸ਼ਾਦਾ ਛਕਿਆ। ਔਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨੂੰ ਦਰਸ਼ਨ ਦਿਦਾਰੇ ਦਿੱਤੇ ਹੈ। ਗਰੀਬ ਨਵਾਜ ਨੇ ਆਖਿਆ, ਮਾਈ ਦਾਸ ਤੂੰ ਜਿਹੜਾ ਹੈ 8-10 ਦਿਨ ਇੱਥੇ ਗੋਇੰਦਵਾਲ ਸਾਹਿਬ ਹੋਰ ਰੁਕ ਜਾ, ਤੈਨੂੰ ਅਸੀਂ ਕਿਸੇ ਸਿੱਖ ਪਾਸੋਂ ਉਪਦੇਸ਼ ਦਿਵਾਵਾਂਗੇ। ਗੁਰੂ ਨਾਨਕ ਪਾਤਸ਼ਾਹ ਦੇ ਦਰ ਕਰਦਾ ਆਸ਼ਾ। ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਆਖੇ ਹੈ। ਇੱਧਰ ਜਿਹੜੀ ਬੌਲੀ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਜਿਹਦੀ ਖੁਦਾਈ ਚੱਲ ਰਹੀ ਸੀ, ਉਹ ਬੌਲੀ ਸਾਹਿਬ ਤਕਰੀਬਨ ਪਟਾਈ ਪੂਰੀ ਹੋ ਚੁੱਕੀ ਹੈ। ਪਾਣੀ ਦੀ ਤਹਿ ਤੱਕ ਸਿੱਖ ਪਹੁੰਚ ਗਏ ਸਨ। ਥੱਲੇ ਰੋੜਾਂ ਦਾ ਬੜਾ ਕਰੜਾ ਕੜ ਆਇਆ। ਸਿੱਖਾਂ ਨੇ ਬੜਾ ਯਤਨ ਕੀਤਾ, ਉਹ ਰੋੜਾਂ ਦਾ ਕੜ ਟੁੱਟਾ ਨਾ। ਮਹਾਰਾਜ ਨੂੰ ਬੇਨਤੀ ਕੀਤੀ, ਭੈਰੋਵਾਲ ਨਗਰ ਇੱਥੇ ਗੋਇੰਦਵਾਲ ਸਾਹਿਬ ਦੇ ਲਾਗੇ ਹੈ, ਇੱਥੋਂ ਦਾ ਇੱਕ ਮਾਣਕ ਚੰਦ ਨਾਮ ਦਾ ਪੱਥਰ ਘੜਨ ਵਾਲਾ ਉਹ ਖੱਤਰੀ ਮਹਾਰਾਜ ਨੇ ਬੁਲਾਇਆ, ਜਿਹੜਾ ਸਰੀਰ ਕਰਕੇ ਵੀ ਬੜਾ ਬਲਵਾਨ ਤਗੜਾ ਹੱਟਾ ਕੱਟਾ ਸੀ। ਸਤਿਗੁਰਾਂ ਨੂੰ ਕਾਣ ਦੇ ਕੇ ਆਖਿਆ ਕਿ ਜਾਂ ਮਾਣਕ ਚੰਦ ਥਾਪਾ, ਮਹਾਰਾਜਾ ਥਾਪੜਾ ਦਿੱਤਾ ਤੇ ਆਖਿਆ ਮਾਣਕ ਚੰਦ ਇਹ ਕੰਮ ਤੂੰ ਕਰ। ਮਾਣਕ ਚੰਦ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਜਾ ਬੌਲੀ ਵਿੱਚ ਵੜਿਆ। ਬੌਲੀ ਵਿੱਚ ਕਣ ਤੇ ਕਣ ਮਾਰ ਮਾਰ ਕੇ ਬੜੀ ਮੁਸ਼ੱਕਤ ਨਾਲ ਉਹ ਜਿਹੜਾ ਕੜ ਸੀ ਰੋੜਾਂ ਦਾ ਪੱਕਾ ਪਥਰੀਲਾ ਭੰਨ ਸੁੱਟਿਆ। ਦਰਿਆ ਦਾ ਕੰਢਾ ਹੋਣ ਕਰਕੇ ਥੱਲੋਂ ਫੁਹਾਰਾਂ ਪਾਣੀ ਦੀਆਂ ਚੱਲੀਆਂ, ਪਰ ਮਾਣਕ ਚੰਦ ਤੋਂ ਬਾਹਰ ਨਾ ਨਿਕਲਿਆ ਗਿਆ। ਇੱਥੇ ਡੁੱਬ ਕੇ ਜਿਹੜਾ ਮਾਣਕ ਚੰਦ ਹੈ ਚੜ੍ਹਾਈ ਕਰ ਗਿਆ। 2 ਦਿਨ ਮਾਣਕ ਚੰਦ ਇੱਥੇ ਡੁੱਬਿਆ ਰਿਹਾ। ਸਿੱਖਾਂ ਨੇ ਮਹਾਰਾਜ ਨੂੰ ਵਾਰ-ਵਾਰ ਬੇਨਤੀ ਕੀਤੀ। ਗਰੀਬ ਨਵਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਫਿਰ ਸਿੱਖਾਂ ਨੂੰ ਕਹਿੰਦੇ ਆ ਵੀ ਜੇ ਉਹ ਰੌਲਾ ਨਾ ਪਾਓ, ਜੇ ਤਾਂ ਮਾਣਕ ਚੰਦ ਹੋਇਆ ਤੇ ਫਿਰ ਤਾਂ ਨਹੀਂ ਮਰਦਾ, ਜੇ ਮਾਣਕ ਹੋਇਆ ਤਾਂ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਉਂ ਕਹਿ ਕੇ ਆਖਿਆ, ਸਾਡੇ ਪਾਸ ਸੱਦੋ। ਉਹ ਭਾਈ ਰੌਲਾ ਨਾ ਪਾ, ਜੇ ਬਾਹਰ ਚਲਾ ਜਾ, ਉਹਦੇ ਬਾਹਰ ਬਹਿ ਜਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਮਾਣਕ ਚੰਦ ਨੂੰ ਆਪਦਾ ਸੱਜਾ ਪੈਰ ਛੁਹਾਇਆ ਜਦੋਂ ਤੇ ਝਾਟੀ ਜਿਉਂਦਾ ਹੋ ਗਿਆ। ਇਹ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਗਈ। ਔਰ ਗੁਰੂ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਮਾਣਕ ਚੰਦ ਨੂੰ ਮਾਈ ਦਾਸ ਦਾ ਉਸਤਾਦ ਬਣਾਇਆ ਤੇ ਦੋਵਾਂ ਨੂੰ ਫਿਰ ਪ੍ਰਚਾਰ ਦੀ ਮੰਜੀ ਦਿੱਤੀ। ਜਿਹੜੀਆਂ 22 ਮੰਜੀਆਂ ਮਹਾਰਾਜ ਨੇ ਸਿੱਖਾਂ ਨੂੰ ਦਿੱਤੀਆਂ ਸੀ, 72 ਪੀੜੇ ਮਾਈਆਂ ਨੂੰ ਦਿੱਤੇ। ਮਾਣਕ ਚੰਦ ਔਰ ਮਾਈ ਦਾਸ ਵੈਸ਼ਨੋ ਇਹਨਾਂ ਪ੍ਰਚਾਰਕਾਂ 22 ਮੰਜੀਦਾਰਾਂ ਵਿੱਚੋਂ ਇੱਕ ਹੋਏ ਆ। ਇਹ ਪਾਵਨ ਪਵਿੱਤਰ ਪ੍ਰਸੰਗ ਆਪਾਂ ਕੱਲ ਸੁਣਿਆ ਵੀ ਜਾ ਰਿਹਾ। ਅੱਗੇ ਅਕਬਰ ਬਾਦਸ਼ਾਹ ਦਾ ਗੁਰੂ ਅਮਰਦਾਸ ਪਾਤਸ਼ਾਹ ਤੇ ਕਿਵੇਂ ਭਰੋਸਾ ਵੱਝਦਾ, ਕੁਝ ਉਹ ਪ੍ਰਸੰਗ ਆਵੇਗਾ। ਕੁਝ ਗੰਗੂ ਸ਼ਾਹੀ ਨਾਮੇ ਸ਼ਾਹੂਕਾਰ ਦਾ ਪ੍ਰਸੰਗ ਆਉਂਦਾ ਹੈ।
ਜਿਹੜਾ ਗੁਰੂ ਕੀਆਂ ਦਾਤਾਂ ਲੈ ਕੇ ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈ ਕੇ ਮੁੱਕਰਿਆ। ਜਦੋਂ ਫੇਰ ਬਿਪਤਾ ਪਈ, ਕਿਸੇ ਬਹਾਨਾ ਫੜੀ ਤੇ ਮਹਾਰਾਜ ਦੇ ਚਰਨੀ ਫਿਰ ਡਿੱਗਾ। ਇਹ ਗੰਗੋ ਸ਼ਾਹ ਦਾ ਪ੍ਰਸੰਗ ਅੱਗੇ ਆ ਰਿਹਾ। ਕੁਝ ਕੁ ਪ੍ਰਸੰਗ ਅਕਬਰ ਬਾਦਸ਼ਾਹ ਦਾ ਆਵੇਗਾ, ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਗੁਰੂ ਗਰੀਬ ਨਵਾਜ ਨੂੰ ਹਿਰਦੇ ਵਿੱਚ ਵਸਾਓ। ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਕਬਰ ਦੁਰਗ ਚਿਤਾੜਕੋ। ਅੱਗੇ ਕਵੀ ਸੰਤੋਖ ਸਿੰਘ ਸਾਹਿਬ ਜੀ ਪਹਿਲੀ ਰਾਸ ਦੇ 53 ਅੰਸੂ ਅੰਦਰ ਜਿਵੇਂ ਲਿਖਦੇ ਵੈ, 54 ਅੰਸੂ ਅੰਦਰ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਹੈ, ਇਹ ਚੜ੍ਹਾਈ ਕਰਕੇ ਚਿਤੌੜਗੜ੍ਹ ਉੱਪਰ ਪਿਆ ਸੀਗਾ। ਚਿਤੌੜਗੜ੍ਹ ਦਾ ਕਿਲ੍ਹਾ ਢਹਿ ਢੇਰੀ ਕਰਨ ਵਾਸਤੇ, ਜਿੱਤਣ ਵਾਸਤੇ ਅਕਬਰ ਨੇ ਚਿਤੌੜਗੜ੍ਹ ਉੱਪਰ ਚੜ੍ਹਾਈ ਕੀਤੀ ਹੈ। ਟੁੱਟਿਓ ਨਾ ਕਰਤੇ ਜੰਗ, ਤੇ ਬੜਾ ਜੰਗ ਹੋਇਆ ਚਿਤੌੜਗੜ੍ਹ। ਪਰ ਜਿਹੜਾ ਚਿਤੌੜਗੜ੍ਹ ਦਾ ਕਿਲ੍ਹਾ ਹੈ ਨਾ, ਫਤਿਹ ਨਹੀਂ ਹੋ ਰਿਹਾ ਸੀ ਅਕਬਰ ਦੇ ਪਾਸੋਂ, ਕਿਉਂਕਿ ਚਿਤੌੜਗੜ੍ਹ ਦੇ ਕਿਲ੍ਹੇ ਦੀ ਕੰਧ ਜਿਹੜੀ ਆ ਨਾ, ਅੰਦਰ ਪ੍ਰਵੇਸ਼ ਕਰਨ ਵਾਸਤੇ ਫੌਜਾਂ ਦੇ ਕੰਧ ਤੋੜਨੀ ਜ਼ਰੂਰੀ ਹੈ। ਪਰ ਇਹਦੀਆਂ ਫੌਜਾਂ ਪਾਸੋਂ ਕੰਧ ਚਿਤੌੜਗੜ੍ਹ ਦੀ ਟੁੱਟ ਨਹੀਂ ਰਹੀ ਹੈ। ਸ਼੍ਰੀ ਸਤਿਗੁਰ ਟਿਗ ਨਰ ਪਠਿਓ। ਤੇ ਇਹਨੇ ਸੁਣਿਆ ਸੀ ਪ੍ਰਤਾਪ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਬਾਦਸ਼ਾਹ ਨੇ। ਇਸ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਪਾਸ ਆਪ ਦਾ ਇੱਕ ਇਤਬਾਰ ਵਾਲਾ ਸੈਨਿਕ ਭੇਜਿਆ, ਨੌਕਰ ਭੇਜਿਆ ਹੈ। ਬਹੁਤ ਬੇਨਤੀ ਸੰਗ, ਤੇ ਆਖਿਆ ਆ ਮੇਰੀਆਂ ਬੇਨਤੀਆਂ ਨੇ, ਜਾ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਦੇਣਾ। ਜਾ ਭਈ ਪੀਰ ਫਕੀਰ ਪ੍ਰਥਮ ਬਹ ਸੇਵੇ। ਜਾ ਕੇ ਆਖਣਾ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਅਕਬਰ ਬਾਦਸ਼ਾਹ ਕਹਿੰਦਾ ਹੈ ਕਿ ਮਹਾਰਾਜ ਮੈਂ ਪੀਰ ਪਹਿਲਾਂ ਫਕੀਰ ਜਿਹੜੇ ਵਾ ਬੜੇ ਸੇਵੇ, ਬੜਿਆਂ ਪੀਰਾਂ ਫਕੀਰਾਂ ਨੂੰ ਅਰਾਧਿਆ ਧਿਆਨ ਧਾਰਿਆ ਹੈ। ਹੋਏ ਪ੍ਰਸੰਨ ਸਭ ਹਿਨ ਬਰ ਦੇਵੇ। ਤੇ ਤਾਂ ਕਿ ਮੈਨੂੰ ਸਾਰੇ ਵਰ ਮਿਲ ਜਾਣ। ਮੈਂ ਬੜਿਆਂ ਪੀਰਾਂ ਫਕੀਰਾਂ ਨੂੰ ਸੇਵਿਆ, ਯਾਦ ਕੀਤਾ ਹੈ, ਬੜਾ ਧਿਆਇਆ ਹੈ, ਤਾਂ ਕਿ ਜਿਹੜਾ ਮੈਂ ਜੰਗ ਦੇ ਮੈਦਾਨ ਵਿੱਚ ਫਤਿਹ ਕਰਾਂ, ਮੈਨੂੰ ਖੁਸ਼ੀ ਹੋਵੇ। ਨਹੀਂ ਫਤਿਹ ਪਾ ਦੁਰਗ ਚਿਤੌੜ। ਪਰ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਨਹੀਂ ਹੋ ਰਿਹਾ। ਅਕਬਰ ਮਹਾਰਾਜ ਨੂੰ ਬੇਨਤੀਆਂ ਲਿਖ ਭੇਜਦਾ ਆਪਦੇ ਨੌਕਰ ਦੇ ਹੱਥ ਕਿ ਮਹਾਰਾਜ ਬੜੇ ਪੀਰਾਂ ਫਕੀਰਾਂ ਨੂੰ ਧਿਆਇਆ ਹੈ, ਪਰ ਕਿਸੇ ਦੀ ਵੀ ਅਰਾਧਨਾ ਦਾ ਫਲ ਨਹੀਂ ਮਿਲਿਆ। ਮੈਨੂੰ ਇਹ ਜਿਹੜਾ ਚਿਤੌੜਗੜ੍ਹ ਦਾ ਕਿਲ੍ਹਾ ਜਿੱਤਣਾ ਵਾ, ਉਹ ਜਿੱਤਿਆ ਨਹੀਂ ਜਾ ਰਿਹਾ, ਫਤਿਹ ਨਹੀਂ ਹੋ ਰਿਹਾ ਹੈ। ਅਬ ਮੈਂ ਸ਼ਰਨ ਹਾਥ ਕੋ ਜੋਰ। ਤੇ ਮਹਾਰਾਜ ਮੈਂ ਆਪ ਚਰਨਾਂ, ਆਪਦੀ ਦੇ ਚਰਨਾਂ ਦੀ ਸ਼ਰਨ, ਆਪ ਜੀ ਕੇ ਹੱਥ ਜੋੜ ਕੇ ਮੂਹਰੇ ਤੁਹਾਡੀ ਚਰਨ ਸ਼ਰਨ ਵਿੱਚ ਪੈਂਦਾ ਹਾਂ, ਤੁਹਾਡੇ ਆਸਰੇ ਹਾਂ। ਸੁਨ ਗੁਰ ਕਹਿਓ ਤਬਹਿ ਗੜ ਛੂਟੇ। ਤੇ ਇਹ ਜਾ ਕੇ ਸਾਰੀ ਗੱਲ ਜਿਹੜੀ ਆ ਨਾ, ਅਕਬਰ ਦੇ ਭੇਜੇ ਹੋਏ ਨੌਕਰ ਨੇ ਆਖੀ ਗੁਰੂ ਅਮਰਦਾਸ ਮਹਾਰਾਜ ਨੂੰ ਕਿ ਮਹਾਰਾਜ ਸਤਿਗੁਰੂ ਜੀ, ਅਕਬਰ ਜਿਹੜਾ ਬਾਦਸ਼ਾਹ ਹੈ ਉਹ ਕਹਿੰਦਾ ਹੈ ਕਿ ਮੈਂ ਬੜੇ ਪੀਰ ਫਕੀਰ ਧਿਆਏ ਹੈ, ਪਰ ਚਿਤੌੜਗੜ੍ਹ ਦਾ ਕਿਲ੍ਹਾ ਮੈਥੋਂ ਫਤਿਹ ਨਹੀਂ ਹੋ ਰਿਹਾ। ਪਰ ਹੁਣ ਮੈਂ ਆਪ ਜੀ ਕੇ ਸ਼ਰਨ ਪੈਣਾ, ਆਪ ਜੀ ਕਾ ਆਸਰਾ ਤੱਕਦਾ। ਇਹ ਬਚਨ ਸੁਣ ਕੇ ਧੰਨ ਗੁਰੂ ਅਮਰਦਾਸ ਜੀ ਬੋਲੇ ਇਹਦੇ ਬੰਦੇ ਦੇ ਤਾਈਂ, ਇਹਾਂ ਬਾਪਿਕਾ ਕੋ ਕਰ ਟੂਟੇ। ਤੇ ਮਹਾਰਾਜ ਕਹਿੰਦੇ ਉਹ ਜਿਹੜਾ ਭੇਜਿਆ ਸੀ ਨਾ ਅਕਬਰ ਦਾ ਸੇਵਕ, ਸੁਨੇਹਾ ਲੈ ਕੇ, ਬੇਨਤੀ ਲੈ ਕੇ, ਮਹਾਰਾਜ ਉਹਨੂੰ ਕਹਿੰਦੇ ਆ ਭਾਈ ਗੱਲ ਇਸ ਤਰ੍ਹਾਂ ਹੈ, ਸਾਡੇ ਇੱਥੇ ਬੌਲੀ ਸਾਹਿਬ ਦੀ ਖੁਦਾਈ ਹੋ ਰਹੀ ਹੈ, ਗੋਇੰਦਵਾਲ ਸਾਹਿਬ ਸੰਗਤਾਂ ਉਹ ਬੌਲੀ ਸਾਹਿਬ ਦੀ ਪਟਾਈ ਕਰ ਰਹੀਆਂ। ਇੱਥੇ ਕੜ ਆਇਆ ਹੋਇਆ ਰੋੜਾਂ ਦਾ ਬੜਾ ਸਖਤ, ਜਦੋਂ ਹੀ ਉਹ ਕੜ ਟੁੱਟ ਜਾਵੇਗਾ ਉਹ ਕੜ ਸੰਗਤਾਂ ਭੰਨ ਦੇਣਗੀਆਂ। ਤਬ ਤੇ ਰਹਿਓ ਸ਼ਾਹ ਕੋ ਮਾਨਵ। ਤੇ ਉਦੋਂ ਤੁਹਾਡਾ ਕਿਲ੍ਹਾ ਟੁੱਟ ਜਾਵੇਗਾ। ਭਾਵ ਇੱਧਰ ਕੜ ਟੁੱਟੇਗਾ ਬੌਲੀ ਦਾ, ਸੁਦੇ ਹੀ ਮਹਾਰਾਜ ਜੀਆਂ ਬਚਨ ਆਖੇ ਆ, ਇੱਧਰ ਬੌਲੀ ਸਾਹਿਬ ਦਾ ਕੜ ਟੁੱਟ ਜਾਵੇਗਾ ਤੇ ਅਕਬਰ ਨੂੰ ਕਹਿਣਾ ਵੀ ਉਧਰ ਜਿਹੜਾ ਹੈ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਹੋ ਜਾਵੇਗਾ, ਉਹਦੀ ਕੰਧ ਡਿੱਗ ਜਾਵੇਗੀ। ਉਹ ਜਿਹੜਾ ਮਨੁੱਖ ਸੀ ਅਕਬਰ ਦਾ ਭੇਜਿਆ,
ਉਹ ਕੜ ਟੁੱਟਣ ਦੀ ਉਡੀਕ ਕਰਦਾ ਗੋਇੰਦਵਾਲ ਹੀ ਰਹਿ ਪਿਆ ਹੈ। ਕੜ ਟੂਟਿਓ ਜਬ ਹੀ ਤਿਨ ਜਾਨਬ, ਤੇ ਜਦੋਂ ਇਧਰ ਕੜ ਤੋੜਿਆ ਨਾ ਮਾਣਕ ਚੰਦ ਵਰਗੇ ਗੁਰਮੁਖਾਂ ਗੁਰਸਿੱਖਾਂ ਨੇ, ਉਹਨੇ ਜਾਣਿਆ ਵੀ ਬੌਲੀ ਸਾਹਿਬ ਦਾ ਕੜ ਹੁਣ ਟੁੱਟ ਗਿਆ ਹੈ। ਲਿਖ ਲੈ ਗਇਓ ਵਾਰ ਥਿਤ ਮਾਸ, ਤੇ ਇਹਨੇ ਦਿਨ ਵਾਰ ਸਮਾਂ ਲਿਖ ਲਿਆ ਵੀ ਇੰਨੇ ਸਮੇਂ ਇੰਨੀਆਂ ਦਿਨ ਦੀਆਂ ਘੜੀਆਂ ਪਹਿਰ ਸਨ ਜਦੋਂ ਬੌਲੀ ਦਾ ਕੜ ਟੁੱਟਿਆ। ਉਹ ਅਕਬਰ ਦੇ ਬੰਦੇ ਨੇ ਸਾਰਾ ਉਹ ਕਾਗਜ਼ ਤੇ ਲਿਖ ਲਿਆ ਸਮਾਂ, ਜਿਹੜਾ ਦਿਨ ਵਾਰ ਤਰੀਕ। ਪਹੁੰਚਿਓ ਚੱਲ ਅਕਬਰ ਕੇ ਪਾਸ, ਇਥੋਂ ਤੁਰਿਆ ਅਕਬਰ ਦੇ ਪਾਸ ਪਹੁੰਚਿਆ ਹੈ। ਜਿਸ ਛਿਨ ਕੜ ਟੂਟਿਓ ਤਿਸ ਕਾਲ, ਤੇ ਜਾ ਕੇ ਅਕਬਰ ਨੂੰ ਦੱਸਿਆ ਵੀ ਮੈਂ ਮਹਾਰਾਜ ਨੂੰ ਆਖਿਆ ਸੀਗਾ, ਬੇਨਤੀ ਕੀਤੀ, ਤੇ ਮਹਾਰਾਜ ਕਹਿੰਦੇ ਸੀ ਵੀ ਜਦੋਂ ਇੱਥੇ ਬੌਲੀ ਦਾ ਕੜ ਟੁੱਟੇਗਾ ਨਾ, ਉਦੋਂ ਕਿਲੇ ਦਾ ਕੜ ਕੰਧ ਟੁੱਟੇਗੀ, ਡਿੱਗੇਗੀ, ਫਤਿਹ ਹੋਵੇਗਾ। ਤੋ ਆ ਵੇਖੋ ਬਾਦਸ਼ਾਹ ਜੀ, ਮੈਂ ਲਿਖ ਕੇ ਲਿਆਇਆ ਇੰਨੇ ਵੱਜ ਕੇ ਇੰਨੇ ਸਮੇਂ ਤੇ ਉਥੇ ਬੌਲੀ ਸਾਹਿਬ ਦਾ ਕੜ ਸਿੱਖਾਂ ਨੇ ਭੰਨ ਦਿੱਤਾ ਸੀ। ਤਬ ਹੂੰ ਛੁੱਟਿਓ ਚਿਤੌੜ ਵਿਸਾਲ, ਤੇ ਅਕਬਰ ਨੇ ਫਿਰ ਦੱਸਿਆ, ਹਾਂ ਇੰਨੇ ਟਾਈਮ ਇੰਨੇ ਸਮੇਂ ਤੇ ਇੱਥੇ ਚਿਤੌੜਗੜ੍ਹ ਦਾ ਕਿਲਾ ਤੋੜਿਆ ਅਸਾਂ ਨੇ। ਅਕਬਰ ਔਰ ਪ੍ਰਤੀਤ ਵੱਡ ਆਈ, ਮਹਾਰਾਜ ਦਾ ਐਡਾ ਬਚਨ, ਐਡੀ ਅਜ਼ਮਤ ਵੇਖੀ ਵੀ ਉਧਰ ਬੌਲੀ ਸਾਹਿਬ ਦਾ ਕੜ ਟੁੱਟਦਾ, ਇੱਧਰ ਚਿਤੌੜਗੜ੍ਹ ਦਾ ਕਿਲਾ ਫਤਿਹ ਹੁੰਦਾ ਸਤਿਗੁਰਾਂ ਦੇ ਬਚਨਾਂ ਦੇ ਨਾਲ। ਅਕਬਰ ਨੇ ਮਹਾਰਾਜ ਦੀ ਮਹਿਮਾ ਜਾਣੀ ਹੈ, ਬੜੀ ਵਡਿਆਈ ਕੀਤੀ ਹੈ, ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮੀ ਹੋ ਗਿਆ ਹੈ। ਦਰਸ਼ਨ ਕਰ ਬੇ ਚਾਹ ਬਧਾਈ, ਤੇ ਮਨ ਵਿੱਚ ਸ੍ਰੀ ਗੁਰੂ ਅਮਰਦਾਸ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਇੱਛਾ ਜਾਗੀ, ਬੜੀ ਲਾਲਸਾ ਜਾਗ ਪਈ ਹੈ। ਆਮ ਖਾਸ ਮਹਿ ਕਰੀ ਪ੍ਰਸ਼ੰਸਾ, ਮਹਾਰਾਜ ਤੇ ਇੰਨਾ ਭਰੋਸਾ ਬੱਝਿਆ ਤੋ ਅਕਬਰ ਨੇ ਹਰੇਕ ਬੰਦੇ ਦੇ ਕੋਲ ਗੁਰੂ ਅਮਰਦਾਸ ਮਹਾਰਾਜ ਦੀ ਸਿਫਤ ਕੀਤੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਕਰਦੇ ਤੀਸਰੇ ਗੱਦੀ ਨਿਸ਼ੀਨ ਗੁਰੂ ਅਮਰਦਾਸ ਮਹਾਰਾਜ ਦਾ ਮੁਖੋਂ ਕੋਈ ਨਿਕਲਿਆ ਹੋਇਆ ਬਚਨ ਖਾਲੀ ਨਹੀਂ ਜਾਂਦਾ ਹੈ। ਸ਼੍ਰੀ ਨਾਨਕ ਅੱਲਾਹ ਨਹਿ ਸੰਸਾ, ਇਸ ਵਿੱਚ ਕੋਈ ਸ਼ੰਕਾ ਨਹੀਂ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਲਾ ਦਾ ਸਰੂਪ ਸਨ। ਆਰਫ ਕਾਮਲ ਬਲੀ ਬਲਾਇਤ, ਤੇ ਇਹੋ ਜੇ ਅੱਲਾ ਦਾ ਰੂਪ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹਦੇ ਵਿੱਚ ਕੋਈ ਜਿਹੜੀ ਹੈ ਨਾ ਉਹ ਸ਼ੱਕ ਨਹੀਂ ਕਰਨਾ ਚਾਹੀਦਾ। ਤੋ ਗੁਰੂ ਨਾਨਕ ਪਾਤਸ਼ਾਹ ਆਰਫ ਕਹੀਏ ਪਰਮੇਸ਼ਰ ਨੂੰ ਪੁੱਜੇ ਹੋਏ ਸਨ ਤੇ ਨਾਲ ਹੀ ਪੂਰੇ ਸੂਰੇ ਸਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਜੀ, ਤੇ ਬੜੀ ਬਹੁਤ ਕਰਾਮਾਤਾਂ ਵਾਲੇ ਸਨ, ਅਵਤਾਰ ਸਨ ਸੱਚੇ ਪਾਤਸ਼ਾਹ। ਵਲਾਇਤ ਕਹੀਏ ਜਿਨ੍ਹਾਂ ਨੇ ਦੇਸ਼ਾਂ ਦੇ ਵਿੱਚ ਆਪਣੀ ਅਜ਼ਮਤ ਵਿਖਾਈ ਹੈ, ਬੜੇ ਦੇਸ਼ਾਂ ਨੂੰ ਤਾਰਿਆ ਹੈ। ਹੋਏ ਸਹਾਏ ਦਾਸ ਹਰ ਸਾਹਿਤ, ਤੇ ਜਿੱਥੇ ਕਿਥੇ ਵੀ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਸਤੇ ਹਰ ਘੜੀ ਗੁਰੂ ਨਾਨਕ ਪਾਤਸ਼ਾਹ ਜੀ ਸਹਾਇਕ ਹੁੰਦੇ ਰਹੇ ਆ। ਹਿੰਦੂ ਮੁਸਲਮਾਨ ਤੇ ਨਿਆਰੇ, ਜਿੰਨੇ ਚਾਹੇ ਹਿੰਦੂ ਹੈ ਤੇ ਮੁਸਲਮਾਨ ਹੈ, ਹਿੰਦੂਆਂ ਤੇ ਮੁਸਲਮਾਨਾਂ ਸਾਰਿਆਂ ਦੇ ਸਿਧਾਂਤ ਤੋਂ ਸ਼ਰ੍ਹਾ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਆਸ਼ਾ ਸਿਧਾਂਤ ਨਿਆਰਾ ਵੱਖਰਾ, ਕਿਉਂਕਿ ਹਿੰਦੂਆਂ ਅੰਦਰ ਖਾਲਸਾ ਜੀ ਸ਼ੂਦਰ ਨੂੰ ਮੰਦਰ ਵਿੱਚ ਚੜ੍ਹਨ ਦੀ ਆਗਿਆ ਨਹੀਂ, ਤੇ ਮੁਸਲਮਾਨਾਂ ਦੇ ਅੰਦਰ ਔਰਤ ਜਿਹੜੀ ਆ ਉਹ ਕੁਰਾਨ ਦੇ ਸਿੱਧੇ ਦਰਸ਼ਨ ਨਹੀਂ ਕਰ ਸਕਦੀ, ਪੜਦੇ ਅੰਦਰ ਦਰਸ਼ਨ ਕਰਵਾਏ ਜਾਂਦੇ ਆ। ਔਰਤਾਂ ਦੇ ਬੇਅੰਤ ਤਰ੍ਹਾਂ ਦੀ ਪਾਬੰਦੀ ਹੈ ਧਰਮ ਨੂੰ। ਫਿਰ ਸੁੰਨਤ ਨਰ ਦੀ ਘਰ ਦੇ ਇਸਤਰੀ ਦੀ ਸੁੰਨਤ ਹੋਵੇ ਨਾ, ਫਿਰ ਕਹਿੰਦੇ ਉਹਨੂੰ ਮਨੁੱਖਾ ਜਨਮ ਦੁਆਰਾ ਬੰਦੇ ਦੇ ਰੂਪ ਵਿੱਚ ਲੈਣਾ ਪਵੇਗਾ, ਫਿਰ ਇਸਤਰੀ ਦਾ ਉਧਾਰਾ ਹੁੰਦਾ। ਮੁਸਲਮਾਨਾਂ ਦੀ ਮੱਤ ਮੰਨਦੀ ਹੈ। ਹਿੰਦੂ ਕਹਿੰਦੇ ਸ਼ੂਦਰ ਦੀ ਗਤੀ ਨਹੀਂ, ਨੀਵੀਂ ਜਾਤ ਵਾਲੇ ਦੀ। ਪਰ ਇਹ ਅਕਬਰ ਜਾਣਦਾ, ਕਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਦਰ ਘਰ ਐਸਾ ਹੈ ਕਿ ਇੱਥੇ ਚਾਹੇ ਉੱਚੀ ਨੀਵੀਂ ਔਰਤ ਮਰਦ ਕੋਈ ਆਵੇ, ਕਿਸੇ ਨੂੰ ਕੋਈ ਹਟਕ ਨਹੀਂ ਹੈ, ਸਭ ਦਾ ਕਲਿਆਣ ਕਰਦਾ। ਗੁਰੂ ਨਾਨਕ ਪਾਤਸ਼ਾਹ ਦਾ ਦਰ ਕਰ ਹਿੰਦੂ ਮੁਸਲਮਾਨਾਂ ਤੋਂ ਨਿਆਰਾ ਹੈ, ਵੱਖਰਾ ਹੈ। ਨਰ ਅਨੇਕ ਦੋਨੋਂ ਤੇ ਤਾਰੇ, ਤੇ ਇਹਨਾਂ ਨੇ ਦੋਵੇਂ ਚਾਹੇ ਹਿੰਦੂ ਹੈ ਮੁਸਲਮਾਨ ਤੋਂ ਇਲਾਵਾ ਖੱਤਰੀ ਜੈਨ ਜਿਹੜੇ ਆ ਜਾਂ ਜੈਨੀ ਆ, ਹੋਰ ਬੇਅੰਤ ਜਿਹੜੇ ਮਤਾਂਤਰਾਂ ਦੇ ਜੋਗੀ ਜੰਗਮ ਸਰੇਵੜੇ, ਸਾਰਿਆਂ ਦਾ ਤਾਰਨਾ ਕੀਤਾ, ਉਧਾਰਾ ਕੀਤਾ ਹੈ। ਲਵਪੁਰ ਚੱਲਹਿ ਮਿਲਹਿ ਦਰਸਾਵਹਿ, ਤੇ ਆਪਦੇ ਨੌਕਰਾਂ ਨੂੰ ਕਹਿੰਦਾ, ਸੈਨਿਕਾਂ ਫੌਜਦਾਰਾਂ ਨੂੰ ਵਜ਼ੀਰਾਂ ਨੂੰ ਅਕਬਰ ਕਹਿੰਦਾ ਵੀ ਇੱਥੋਂ ਜਿੱਤ ਕੇ ਕਿਲਾ ਹੁਣ ਆਪਾਂ ਜਦੋਂ ਲਾਹੌਰੋਂ ਦਿੱਲੀ ਨੂੰ ਜਾਵਾਂਗੇ, ਰਸਤੇ ਵਿੱਚ ਗੋਇੰਦਵਾਲ ਪੈਂਦਾ,
ਗੁਰੂ ਅਮਰਦਾਸ ਮਹਾਰਾਜ ਦੇ ਆਪਾਂ ਜ਼ਰੂਰ ਦਰਸ਼ਨ ਕਰਕੇ ਜਾਣੇ ਹਨ। ਇਮ ਨਿਸ਼ਚੇ ਕਰ ਪ੍ਰੇਮ ਬਢਾਵਹਿ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਤੇ ਬੜਾ ਭਰੋਸਾ ਕੀਤਾ, ਅਕਬਰ ਬਾਦਸ਼ਾਹ ਨੇ ਬੜਾ ਪ੍ਰੇਮ ਕੀਤਾ ਹੈ।